Hi everyone, this is Rupinder. ਤੇ ਅੱਜ ਇਹ ਜੋ ਲੈਸਨ ਹੈ that is on writing task 1 channel training। GT ਦੇ ਜੋ ਸਟੂਡੈਂਟਸ ਹੁੰਦੇ ਨੇ ਉਹਨਾਂ ਦਾ ਟਾਸਕ 1 ਅਕੈਡਮਿਕ ਸਟੂਡੈਂਟਸ ਨਾਲੋਂ ਥੋੜਾ ਜਿਹਾ ਡਿਫਰੈਂਟ ਹੁੰਦਾ। ਅਕੈਡਮਿਕ ਵਾਲਿਆਂ ਨੂੰ ਹੁੰਦਾ ਕਿ ਉਹਨਾਂ ਨੇ ਗ੍ਰਾਫ ਰਾਈਟਿੰਗ ਕਰਨੀ ਹੁੰਦੀ ਹੈ ਐਂਡ ਹੇਅਰ ਫॉर द ਜਨਰਲ ਟ੍ਰੇਨਿੰਗ ਅਸੀਂ ਲੈਟਰ ਰਾਈਟਿੰਗ ਕਰਨੀ ਹੁੰਦੀ ਹੈ। ਸੋ ਹੇਅਰ ਆਰ ਸਮ ਸਿੰਪਲ ਵੇਜ਼ ਜਿਹਦੇ ਨਾਲ ਤੁਸੀਂ ਆਪਣੀ ਜੋ ਰਾਈਟਿੰਗ ਟਾਸਕ 1 ਹੈ ਉਹਨੂੰ 7 ਔਰ ਐਬਵ ਲਿਖ ਸਕਦੇ ਹੋ ਐਂਡ ਈਵਨ ਯੂ ਕੈਨ ਸਕੋਰ दैट। Starting with some instructions जो सानू टेस्ट ਦੇ ਵਿੱਚ given ਹੁੰਦੀਆਂ ਨੇ in the letter writing, that is ਅਸੀਂ 150 words ਲਿਖਣੇ ਹੁੰਦੇ ਆ and 20 minutes ਸਾਨੂੰ time given ਹੁੰਦਾ। ਸੋ ਅਸੀਂ ਕੀ ਕਰਨਾ ਹੈ, first of all 160 words minimum ਅਸੀਂ ਇਹਦੇ ਲਈ ਲਿਖਣੇ ਆ and 15 minutes ਦੇ ਵਿੱਚ try ਕਰਨਾ ਹੈ ਕਿ ਇਹ ਜੋ task ਹੈ ਸਾਡਾ complete ਹੋ ਜਾਏ because task 2 ਲਈ ਸਾਨੂੰ time ਘੱਟ ਰਹਿ ਜਾਂਦਾ। ਇਹ ਜੋ task ਹੈ that is far easy। ਸੋ ਇਹਦੇ ਲਈ ਅਸੀਂ ਕੀ ਕਰਨਾ 5 ਮਿੰਟ ਇਹਦੇ ਵਿੱਚ ਘੱਟ ਯੂਟੀਲਾਈਜ਼ ਕਰਕੇ ਚੱਲੋ। ਹਾਂ ਜੇ ਸਾਨੂੰ 1-2 ਮਿੰਟ ਜ਼ਿਆਦਾ ਲੱਗ ਜਾਂਦੇ ਆ that's not a problem। ਐਂਡ ਕੁਐਸਚਨ ਨੂੰ ਹਮੇਸ਼ਾ 2 ਵਾਰ ਪੜ੍ਹਨਾ। ਰੀਜ਼ਨ ਬੀਇੰਗ ਕਈ ਵਾਰ ਸਾਨੂੰ ਕਨਫਿਊਜ਼ਨ ਹੋ ਜਾਂਦੀ ਹੈ ਕਿ ਅਸੀਂ ਫਾਰਮਲ ਲੈਟਰ ਲਿਖਣਾ ਇਹਨੂੰ ਜਾਂ ਸੈਮੀ ਫਾਰਮਲ ਲਿਖਣਾ ਐਂਡ ਆਲਵੇਜ਼ ਕੁਐਸਚਨ ਨੂੰ 2 ਵਾਰ ਹੀ ਪੜ੍ਹੋ ਤਾਂ ਕਿ ਤੁਹਾਨੂੰ ਪ੍ਰੋਪਰ ਅੰਡਰਸਟੈਂਡਿੰਗ ਹੋ ਜਾਏ ਕਿ ਤੁਸੀਂ ਐਕਚੁਅਲੀ ਲਿਖਣਾ ਕੀ ਹੈ। ਫਸਟ ਆਫ ਆਲ ਸਟਾਰਟਿੰਗ ਵਿਦ ਦ ਜਨਰਲ ਫਾਰਮੈਟ ਜੋ ਕਿ ਇੰਪੋਰਟੈਂਟ ਹੈ ਜਦੋਂ ਵੀ ਅਸੀਂ ਲੈਟਰ ਲਿਖਦੇ ਹਾਂ। फॉर्मेटिंग जो है वो ऑलवेज इंपॉर्टेंट होंगी है, चाहे वो राइटिंग टास्क 1 है, चाहे 2 है और चाहे वो स्पीकिंग है इवन। सो जनरल ट्रेनिंग ਦੇ ਵਿੱਚ ਜੋ ਲੈਟਰ ਹੁੰਦੀ ਹੈ ਉਹਦਾ ਫਾਰਮੈਟ ਲਈ ਅਸੀਂ 8 ਚੀਜ਼ਾਂ ਦਾ ਧਿਆਨ ਰੱਖਣਾ ਕਿ ਉਹ ਇਸੇ ਤਰੀਕੇ ਨਾਲ ਹੀ ਚੱਲਣਗੀਆਂ। ਕੁਝ ਸਟੂਡੈਂਟਸ ਕੀ ਕਰਦੇ ਆ ਇੱਕ ਬੋਡੀ ਪੈਰਾਗ੍ਰਾਫ ਬਣਾ ਦਿੰਦੇ ਆ ਜੋ ਵੀ ਕੁਐਸਚਨ ਹੁੰਦਾ ਸਾਰੇ ਨੂੰ ਮਿਕਸ ਅਪ ਕਰਕੇ, ਜਿਹਦੀ ਕਿ ਚਾਹੇ ਉਹਨਾਂ ਦੀ ਵੋਕੈਬਲਰੀ ਠੀਕ ਹੈ, ਇੰਗਲਿਸ਼ ਠੀਕ ਹੈ, ਸਪੈਲਿੰਗ ਠੀਕ ਹੈ, ਬਟ ਜੋ ਫਾਰਮੇਸ਼ਨ ਹੈ ਜੋ ਸਟਰਕਚਰ ਹੈ ਉਹ ਕਿਤੇ ਨਾ ਕਿਤੇ ਗੜਬੜ ਹੋ ਜਾਂਦੀ ਹੈ ਜਿਹਦੇ ਕਰਕੇ ਸਕੋਰ 6 ਤੱਕ ਹੀ ਰਹਿ ਜਾਂਦਾ, ਮੈਕਸਿਮਮ 6.5 ਬਟ 7 ਔਰ ਅਬਵ ਨਹੀਂ ਆ ਸਕਦੇ। ਸੋ ਅਸੀਂ ਕੀ ਕਰਨਾ ਹੁੰਦਾ, ਫਸਟ ਆਫ ਆਲ ਓਪਨਿੰਗ ਸੈਲੂਟੇਸ਼ਨ ਲਿਖਣੀ ਹੁੰਦੀ ਆ। ਓਪਨਿੰਗ ਸੈਲੂਟੇਸ਼ਨ ਕੀ ਹੁੰਦੀ ਹੈ ਜੋ ਅਸੀਂ ਇਹ ਲਿਖਦੇ ਹਾਂ ਡੀਅਰ ਸਰ ਔਰ ਮੈਡਮ ਜਾਂ ਕੋਈ ਵੀ ਨੇਮ, that is the opening salutation। next is the opening sentence। opening sentence ਕੀ ਹੁੰਦਾ, it is the reason ਕਿ ਅਸੀਂ ਲੈਟਰ ਕਿਉਂ ਲਿਖ ਰਹੇ ਹਾਂ। मे बी द लैटर इज़ किसी कोई कंप्लेन लैटर है, मे बी असी किसी को कोई इन्विटेशन दे रहे हैं ਜਾਂ कोई भी हो टॉपिक जो भी सानू क्वेश्चन ਦੇ ਵਿੱਚ गिवन है। एंड नैक्सट विल बी द बॉडी पैराग्राफ 1, 2 and 3। ਇਹ ਕੀ ਹੋਣਗੇ, these will be the explanation and details of the body bullet point ਜੋ ਸਾਨੂੰ क्वेश्चन ਦੇ ਵਿੱਚ given ਹੈ। always ਕੀ ਹੁੰਦਾ, ਇੱਕ क्वेश्चन ਦਿੱਤਾ ਹੁੰਦਾ ਨੀਚੇ 3 bullet points ਦਿੱਤੇ ਹੁੰਦੇ ਆ। let's say ਜੇ ਕੋਈ ਕੰਪਲੇਨ ਲੈਟਰ ਹੈ ਤਾਂ ਤੁਸੀਂ ਕੀ ਕਿਆ ਹੁੰਦਾ ਕਿ ਕਿਉਂ ਤੁਸੀਂ ਕੰਪਲੇਨ ਕਰ ਰਹੇ ਹੋ, ਕੀ ਪ੍ਰੋਡਕਟ ਖਰੀਦਿਆ ਸੀ ਐਂਡ ਫਿਰ ਪੂਰੀ ਤੁਸੀਂ ਉਹਦੀ ਡਿਟੇਲਸ ਦੱਸਣੀ ਹੁੰਦੀ ਹੈ ਐਂਡ ਐਟ ਦੀ ਐਂਡ ਵਾਟ ਯੂ ਵਾਂਟ ਫਰੋਮ ਦ ਅਦਰ ਸਾਈਡ ਕਿ ਤੁਸੀਂ ਉਸ ਪਰਸਨ ਤੋਂ ਕੀ ਚਾਹੁੰਦੇ ਹੋ, ਮੇ ਬੀ ਯੂ ਵਾਂਟ ਅ ਰੀਫੰਡ ਔਰ ਵਾਟ ਐਵਰ। ਸੋ ਦੈਨ ਇਜ਼ ਦ ਕਲੋਜ਼ਿੰਗ ਲਾਈਨ। ਕਲੋਜ਼ਿੰਗ ਲਾਈਨ ਦੇ ਵਿੱਚ ਕੀ ਕਰਨਾ ਹੁੰਦਾ ਸੀ, ਇਟ ਇਜ਼ again what we want, we are requesting the person, we want their attention or whatever। so ਜਿੱਦਾਂ ਲਾਸਟ ਲਾਈਨ ਕਿਸੇ ਕੰਪਲੇਨ ਲੈਟਰ ਦੀ ਕੀ ਹੋ ਸਕਦੀ ਹੈ, I look forward your immediate attention to this matter ਕਿ ਜੋ ਵੀ ਚੀਜ਼ ਤੁਸੀਂ ਕਹੀ ਹੈ in the letter ਉਹਦੇ 'ਤੇ ਤੁਹਾਨੂੰ ਪਰਸਨ ਦੀ ਅਟੈਂਸ਼ਨ ਚਾਹੀਦੀ ਹੈ। next will be the closing salutation। closing salutation ਹੋਏਗੀ ਇਹ ਚੀਜ਼ yours faithfully, yours sincerely, best regards depending upon the letter again। then the name। ਹੁਣ ਨੇਮ ਜੋ ਹੈ ਫਾਰਮਲ ਐਂਡ ਸੈਮੀ ਫਾਰਮਲ ਦੇ ਵਿੱਚ ਫੁੱਲ ਨੇਮ ਰਹੇਗਾ ਐਂਡ ਇਨਫਾਰਮਲ ਲੈਟਰ ਦੇ ਵਿੱਚ ਅਸੀਂ ਸਿਰਫ ਫਸਟ ਨੇਮ ਲਿਖਾਂਗੇ। ਕਲੀਅਰ ਵਿਦ ਦਿਸ ਥਿੰਗ। ਫਿਰ ਅਸੀਂ ਚੱਲਾਂਗੇ ਸੈਕਿੰਡ ਥਿੰਗ ਕਿ ਹੁਣ ਜੋ ਸਾਡੀ ਟਾਈਪ ਆਫ ਲੈਟਰ ਹੈ ਉਹ ਕਿਹੜੀ ਆ। ਫਾਰਮਲ ਲੈਟਰ ਦੇ ਵਿੱਚ ਯੂਜੂਅਲੀ ਕੀ ਹੁੰਦਾ, ਲੈਟਰ ਕਿਸੇ ਨਾ ਕਿਸੇ ਓਫੀਸ਼ੀਅਲ ਪਰਪਸ ਦੇ ਲਈ ਹੁੰਦੀ ਆ, ਮੇ ਬੀ ਟੂ ਦ ਐਡੀਟਰ ਆਫ ਦ ਨਿਊਜ਼ਪੇਪਰ, ਕਿਸੇ ਚੀਜ਼ ਦੀ ਅਸੀਂ ਕੰਪਲੇਨ ਕਰ ਰਹੇ ਹਾਂ ਆਪਣੇ ਆਫਿਸ ਦੇ ਹੀ ਹਾਇਰ ਅਥਾਰਟੀਜ਼ ਨੂੰ ਅਸੀਂ ਕੋਈ ਸੁਜੈਸ਼ਨ ਚਾਹੇ ਦੇ ਰਹੇ ਹਾਂ, ਰეკਮੈਂਡੇਸ਼ਨ ਜੋ ਸਾਨੂੰ ਪੁੱਛਿਆ ਗਿਆ ਹੈ ਇਸ ਤਰੀਕੇ ਦੀ, ਚਾਹੇ ਅਸੀਂ ਮਿਊਨਿਸਿਪਲ ਕਮੇਟੀ ਨੂੰ ਕੁਛ ਨਾ ਕੁਛ ਪ੍ਰੋਬਲਮਸ ਜਾਂ ਕੰਪਲੇਨ ਬਾਰੇ ਦੱਸ ਰਹੇ ਹਾਂ ਵਿਚ ਵੀ ਆਰ ਫੇਸਿੰਗ ਇਨ ਅ ਰੈਜ਼ੀਡੈਂਸ। ਐਂਡ ਇਹਦੇ ਵਿੱਚ ਕੀ ਕਰਨਾ ਹੁੰਦਾ ਫਿਰ ਅਸੀਂ ਡੀਅਰ ਸਰ ਔਰ ਮੈਡਮ ਲਿਖਦੇ ਹਾਂ ਬਿਕੋਜ਼ ਇਟ ਇਜ਼ ਨਾਟ ਆਲਵੇਜ਼ ਕਲੀਅਰ ਕਿ ਜੋ ਅਥਾਰਟੀ ਹੈ ਜੋ ਹਾਇਰ ਅਥਾਰਟਿਕ ਪਰਸਨ ਹੈ ਉਹ ਕੌਣ ਹੈ, ਮੇਲ ਔਰ ਫੀਮੇਲ। ਇਫ ਇਟ ਇਜ਼ ਨਾਟ ਕਲੀਅਰ ਤਾਂ ਅਸੀਂ ਸਿੰਪਲੀ ਲਿਖਦੇ ਹਾਂ ਡੀਅਰ ਸਰ ਔਰ ਮੈਡਮ। ਸਮਟਾਈਮਸ ਜੇ ਅਸੀਂ ਆਪਣੀ ਕੰਪਨੀ ਦੇ ਸਪੋਜ਼ CEO ਨੂੰ ਲਿਖਾਂਗੇ ਦੈਨ ਸਾਨੂੰ ਪਤਾ ਹੈ ਦ ਪਰਸਨ ਇਜ਼ ਮੇਲ ਔਰ ਫੀਮੇਲ, ਤਾਂ ਉਸ ਕੇਸ ਦੇ ਵਿੱਚ ਅਸੀਂ ਕੀ ਕਰਾਂਗੇ ਡੀਅਰ ਸਰ ਲਿਖਾਂਗੇ ਈਦਰ ਔਰ ਡੀਅਰ ਮੈਡਮ। ਨੈਕਸਟ ਵਿਲ ਬੀ ਦ ਓਪਨਿੰਗ ਸੈਂਟੈਂਸ ਜੋ ਮੈਂ ਤੁਹਾਨੂੰ ਸੈਕਿੰਡ 'ਤੇ ਦੱਸਿਆ। ਇਹ ਕੀ ਹੋਏਗਾ, ਦਿਸ ਵਿਲ ਬੀ ਦ ਡਾਇਰੈਕਟ ਰੀਜ਼ਨ ਵਾਈ ਵੀ ਆਰ ਰਾਈਟਿੰਗ ਕਿ ਅਸੀਂ ਲਿਖ ਕਿਉਂ ਰਹੇ ਹਾਂ। ਸਪੋਜ਼ ਇਫ ਆਈ ਐਮ ਰਾਈਟਿੰਗ ਟੂ ਕੰਪਲੇਨ, ਮੈਂ ਲਿਖੂੰਗੀ ਆਈ ਐਮ ਰਾਈਟਿੰਗ ਟੂ ਕੰਪਲੇਨ ਅਬਾਊਟ ਦ ਪ੍ਰੋਡਕਟ that I have bought from your store and is not working well। simple।
then body paragraph 1 and 2 will be the details of the bullet points. ਤੁਸੀਂ ਜੋ ਵੀ questions ਤੁਹਾਨੂੰ ਦਿੱਤੇ ਗਏ ਆ you will be simply answering that in 3 to 4 sentences in each paragraph ਇਹਦੇ ਵਿੱਚ. then your closing line, this one. closing line ਦੇ ਵਿੱਚ ਤੁਸੀਂ ਕੀ ਕਰੋਗੇ, ਇਹਦੇ ਵਿੱਚ ਤੁਸੀਂ again I look forward your immediate attention, I look forward your prompt response to this matter, ਇਹ ਚੀਜ਼ ਲਿਖੋਗੇ. ਇਹਨੂੰ ਤੁਸੀਂ one sentence ਹੀ ਰੱਖਣਾ, ਉਹ ਵੀ short, ਬਹੁਤ ਵੱਡਾ ਨਹੀਂ ਲਿਖ ਸਕਦੇ ਹੋ, ਮਤਲਬ one line of the question answer sheet ਜੋ ਤੁਹਾਨੂੰ ਮਿਲਦੀ ਹੈ IELTS ਦੇ ਵਿੱਚ or 1.5, that's it. ਫਿਰ ਇਹਦੇ ਵਿੱਚ ਤੁਸੀਂ ਕੁਝ ਵੀ ਹੋਰ ਚੀਜ਼ਾਂ ਨਹੀਂ ਲਿਖੋਗੇ ਜੋ ਤੁਸੀਂ ਆਲਰੇਡੀ ਡਿਸਕਸ ਕਰ ਚੁੱਕੇ ਹੋ ਬੁਲੇਟ ਪੁਆਇੰਟ ਆਪਣੇ ਬਾਡੀ ਪੈਰਾਗ੍ਰਾਫਸ ਦੇ ਵਿੱਚ. ਦੈਨ ਤੁਸੀਂ ਲਿਖੋਗੇ yours faithfully. ਹੁਣ ਇਹਨੂੰ ਯਾਦ ਕਿੱਦਾਂ ਰੱਖਣਾ, ਇਫ ਇਟ ਇਜ਼ ਅ ਫਾਰਮਲ ਲੈਟਰ ਤੁਸੀਂ faithfully ਲਿਖਣਾ, ਇਫ ਇਟ ਇਜ਼ ਅ ਸੈਮੀ ਫਾਰਮਲ ਲੈਟਰ ਤੁਸੀਂ sincerely ਲਿਖਣਾ. ਸੋ faithfully ਫਾਰਮਲ ਲੈਟਰ ਦੇ ਲਈ ਆਏਗਾ ਐਂਡ there will be your full name. So I hope you are clear with this. And for the semi formal letter, what are the changes which are very minor from these? ਇਹਦੇ ਵਿੱਚ ਤੁਸੀਂ ਡੀਅਰ ਮਿਸਟਰ ਸਟੋਨ ਕਰਕੇ ਲਿਖਣਾ, ਬਿਕਾਜ਼ ਸੈਮੀ ਫਾਰਮਲ ਲੈਟਰ ਅਸੀਂ ਕਿਹਨੂੰ ਲਿਖਦੇ ਹਾਂ, we usually write semi formal letters to the person ਜਿਹੜੇ ਕਿ ਸਾਨੂੰ ਜਾਣਦੇ ਆ, ਜਿਨ੍ਹਾਂ ਨੂੰ ਅਸੀਂ ਬਾਈ ਨੇਮ ਜਾਣਦੇ ਆ, ਔਰ the person ਜਿਹੜੇ ਸਾਡੇ ਕਲੀਗਸ ਨੇ ਬਟ ਸਾਡੇ ਫਰੈਂਡ ਨਹੀਂ ਹੁੰਦੇ, ਉਹ ਅਸੀਂ ਉਹਨਾਂ ਨੂੰ ਜਾਣਦੇ ਹੁੰਦੇ ਹਾਂ, ਵੀ ਹੈਵ ਅ ਹੈਲਦੀ ਰਿਲੇਸ਼ਨਸ਼ਿਪ ਵਿਦ them, ਔਰ ਸਾਡੇ ਨੇਬਰਸ ਹੋ ਸਕਦੇ ਆ, ਔਰ ਇਹ ਵੀ ਕੋਈ ਪਰਸਨ ਜਿਹਨੂੰ ਅਸੀਂ ਕਦੇ ਸਪੋਜ਼ ਮੈਂ ਕਿਤੇ ਟ੍ਰੇਨ 'ਤੇ ਜਾ ਰਹੀ ਹਾਂ, ਪਲੇਨ 'ਚ ਜਾ ਰਹੀ ਹਾਂ, ਉੱਥੇ ਮਿਲੀ ਐਂਡ ਮੇਰੀ ਗੱਲਬਾਤ ਹੋਈ, ਆਈ ਨੋ ਦਾ ਪਰਸਨ ਬਟ ਹੀ ਔਰ ਸ਼ੀ ਇਜ਼ ਨੋਟ ਮਾਈ ਫਰੈਂਡ, ਤਾਂ ਉਸ ਕੇਸ ਦੇ ਵਿੱਚ ਮੈਂ ਸੈਮੀ ਫਾਰਮਲ ਲੈਟਰ ਲਿਖੂੰਗੀ. ਈਵਨ ਟੂ ਮਾਈ ਮੈਨੇਜਰ, ਜਿਹੜਾ ਸਪੋਜ਼ ਮੇਰਾ ਸੁਪਰਵਾਈਜ਼ਰ ਹੈ, ਮੇਰਾ ਮੈਨੇਜਰ ਹੈ, ਜੋ ਮੈਨੂੰ ਵੀ ਚੰਗੀ ਤਰ੍ਹਾਂ ਜਾਣਦਾ, ਜਿਨ੍ਹਾਂ ਨੂੰ ਮੈਂ ਵੀ ਜਾਣਦੀ ਹਾਂ, ਬਟ ਦ ਪਰਸਨ ਇਜ਼ ਨੋਟ ਫਰੈਂਡ, ਤਾਂ ਉਸ ਕੇਸ 'ਚ ਵੀ ਜੋ ਲੈਟਰ ਹੈ ਉਹ ਸੈਮੀ ਫਾਰਮਲ ਹੋਏਗਾ ਰੈਦਰ ਫਾਰਮਲ ਲੈਟਰ. ਹੁਣ ਇਹਨੂੰ ਸਟਾਰਟ ਅਸੀਂ ਕਿੱਦਾਂ ਕਰਾਂਗੇ, ਡੀਅਰ ਮਿਸਟਰ ਐਂਡ ਦਾ ਲਾਸਟ ਨੇਮ. ਧਿਆਨ ਰੱਖਣਾ ਸਿੰਘ ਨਹੀਂ ਆਏਗਾ, ਬਿਕਾਜ਼ ਸਿੰਘ ਇਜ਼ ਅ ਮਿਡਲ ਨੇਮ ਨੋਟ ਲਾਸਟ ਨੇਮ. ਐਂਡ ਅਦਰ ਥਿੰਗ ਇਜ਼ ਆਲਵੇਜ਼ ਟਰਾਈ ਟੂ ਰਾਈਟ ਐਨ ਇੰਗਲਿਸ਼ ਸਰਨੇਮ, ਬਿਕਾਜ਼ ਇਹ ਥੋੜ੍ਹੇ ਅਨਕੋਮਨ ਹੁੰਦੇ ਨੇ ਐਂਡ ਅਸੀਂ ਇਹਦੇ ਵਿੱਚ ਮਿਕਸਅਪ ਨਹੀਂ ਹੁੰਦੇ, ਗਲਤੀਆਂ ਨਹੀਂ ਕਰਦੇ. ਅਦਰ ਥਿੰਗ ਇਜ਼ ਜਦੋਂ ਵੀ ਤੁਸੀਂ ਪ੍ਰੈਕਟਿਸ ਕਰਦੇ ਹੋ ਹਮੇਸ਼ਾ ਇੱਕ ਹੀ ਨਾਮ ਲਿਖੋ. ਐਟ ਦੀ ਐਂਡ ਜਦੋਂ ਵੀ ਤੁਸੀਂ ਆਇਲਸ ਦੇ ਵਿੱਚ ਲੈਟਰ ਲਿਖਣੀ ਹੈ ਤਾਂ ਤੁਸੀਂ ਇੱਕ ਹੀ ਲਿਖਣੀ ਹੈ ਐਂਡ ਦੈਟ ਸ਼ੁੱਡ ਬੀ ਯੋਰ ਬੈਸਟ ਵਨ. ਐਂਡ ਜੋ ਇਹਦੇ ਵਿੱਚ ਅਸੀਂ ਲਿਖੀ ਹੈ ਓਪਨਿੰਗ ਸੈਂਟੈਂਸ ਸੇਮ ਰਹੇਗਾ, ਬਾਡੀ ਪੈਰਾਗ੍ਰਾਫਸ ਵੀ ਸੇਮ ਰਹਿਣਗੇ ਵਿਦ ਸੇਮ ਟੋਨ ਵਿਚ ਸ਼ੁੱਡ ਬੀ ਫਾਰਮਲ, ਐਂਡ ਇਹ ਚੀਜ਼ ਵੀ ਸੇਮ ਰਹੇਗੀ. ਕਲੋਜ਼ਿੰਗ ਲਾਈਨ, ਹੁਣ ਕਲੋਜ਼ਿੰਗ ਸੈਲੂਟੇਸ਼ਨ ਚੇਂਜ ਹੋਏਗਾ. ਇੱਥੇ ਤੁਸੀਂ ਲਿਖਿਆ yours faithfully, ਇਹਦੇ ਵਿੱਚ ਤੁਸੀਂ ਲਿਖੋਗੇ yours sincerely. ਐਂਡ ਅਦਰ ਥਿੰਗ ਇਜ਼ ਇੱਥੇ ਵੀ ਫੁੱਲ ਨੇਮ ਹੈ, ਇੱਥੇ ਦੋ ਚੀਜ਼ ਬੇਸਿਕਲੀ ਚੇਂਜ ਹੋ ਰਹੇ ਨੇ, ਓਪਨਿੰਗ ਸੈਲੂਟੇਸ਼ਨ ਐਂਡ ਦਾ ਕਲੋਜ਼ਿੰਗ ਸੈਲੂਟੇਸ਼ਨ, ਦੈਟਸ ਇਟ. ਬਾਕੀ ਫਾਰਮਲ ਐਂਡ ਸੈਮੀ ਫਾਰਮਲ ਸੇਮ ਹੈ. ਦ ਪਰਸਨ ਟੂ ਹੁਮ ਵੀ ਆਰ ਰਾਈਟਿੰਗ ਉਹ ਸਿਰਫ ਚੇਂਜ ਹੋ ਰਿਹਾ, ਉਹਦੇ 'ਤੇ ਹੀ ਡਿਪੈਂਡ ਕਰਦਾ ਕਿ ਤੁਸੀਂ ਕਿਹੜਾ ਟਾਈਪ ਚੂਜ਼ ਕਰਦੇ ਹੋ ਐਂਡ ਤੁਹਾਡੇ ਸਕੋਰਸ ਹੌਲੀ ਹੌਲੀ ਇਸੇ ਚੀਜ਼ 'ਤੇ ਹੀ ਡਿਪੈਂਡ ਕਰਦੇ ਆ ਵਿਚ ਇਜ਼ ਫਾਰਮੈਟ, ਵਿਚ ਇਫ ਯੂ ਆਰ ਏਬਲ ਟੂ ਫਾਈਂਡ ਆਊਟ ਵਿਚ ਟਾਈਪ ਆਫ ਲੈਟਰ ਇਟ ਇਜ਼. ਨੈਕਸਟ ਇਜ਼ ਇਨਫੋਰਮਲ ਲੈਟਰ. ਉਹਦੇ ਵਿੱਚ ਕੀ ਹੈ, ਜੋ ਲੈਟਰ ਹੈ ਉਹ ਸਾਡੇ ਉਸ ਪਰਸਨ ਨੂੰ ਹੁੰਦੀ ਹੈ ਜੋ ਸਾਡੇ ਫੈਮਿਲੀ ਰਿਲੇਸ਼ਨ ਦੇ ਵਿੱਚ ਹੈ ਔਰ ਸਾਡਾ ਬਹੁਤ ਅੱਛਾ ਫਰੈਂਡ ਹੈ. ਸਪੋਜ਼ ਮੈਂ ਆਪਣੇ ਫਰੈਂਡ ਨੂੰ ਲਿਖਣੀ ਹੈ, ਆਈ ਵਿਲ ਡਾਇਰੈਕਟਲੀ ਬੀ ਰਾਈਟਿੰਗ ਨੇਮ. ਸਪੋਜ਼ ਆਈ ਹੈਵ ਰਿਟਨ ਡੀਅਰ ਕੇਟ. ਜੇ ਮੈਂ ਕਿਸੇ ਫੈਮਿਲੀ ਰਿਲੇਸ਼ਨ ਦੇ ਵਿੱਚ ਲਿਖਣੀ ਹੈ, ਕਿਸੇ ਕਜ਼ਨ ਨੂੰ ਲਿਖਣੀ ਹੈ, ਮੈਂ ਡੀਅਰ ਕਜ਼ਨ ਦੀ ਲਿਖੂੰਗੀ, ਉੱਥੇ ਵੀ ਨੇਮ ਹੀ ਹੋਏਗਾ. ਬਟ ਅਗਰ ਮੈਂ ਆਪਣੇ ਅੰਕਲ ਨੂੰ ਲਿਖ ਰਹੀ ਹਾਂ ਲੈਟਸ ਸੇ, ਤਾਂ ਫਿਰ ਡੀਅਰ ਅੰਕਲ ਹੋਏਗਾ, ਉੱਥੇ ਮੈਂ ਨੇਮ ਨਹੀਂ ਲਿਖੂੰਗੀ. ਦੈਨ we will be starting the closing opening sentence with something informal. ਮੈਂ ਉਹਨਾਂ ਦਾ ਹਾਲ ਚਾਲ ਪੁੱਛੂੰਗੀ, ਜਿੱਦਾਂ ਅਸੀਂ ਕਾਲ ਕਰਦੇ ਹਾਂ ਪਰਸਨ ਨੂੰ, ਪਹਿਲਾਂ ਅਸੀਂ ਪੁੱਛਦੇ ਹਾਂ how are you and the family members, how everything is going on. ਉਸ ਕੇਸ ਦੇ ਵਿੱਚ ਫਿਰ ਆਪਾਂ ਲਿਖਾਂਗੇ I hope you and your family are all well. It is a great time with you last. It was a great time with you at the halls of residence when we were together, kind of thing. ਤੁਸੀਂ ਲੈਟਰ ਦੇ ਨਾਲ ਰਿਲੇਟ ਕਰਕੇ ਲਿਖ ਸਕਦੇ ਹੋ. then you will be starting anyway. the reason I am writing is ਫਿਰ directly ਜਿਹੜੀ ਚੀਜ਼ ਲਈ ਤੁਸੀਂ ਲੈਟਰ ਲਿਖ ਰਹੇ ਹੋ ਉਹਨੂੰ ਹੀ ਉੱਥੇ ਤੁਸੀਂ ਲਿਖ ਦੋਗੇ. then the body paragraphs, ਜਿਸ ਤਰ੍ਹਾਂ ਇੱਥੇ ਲਿਖੋਗੇ ਸੇਮ ਡਿਟੇਲਸ ਲਿਖੋਗੇ, ਪਰ ਤੁਹਾਡੀ ਟੋਨ ਜੋ ਹੈ ਉਹ ਥੋੜੀ ਇਨਫੋਰਮਲ ਹੋਏਗੀ. ਲਾਈਕ ਮੈਂ ਇੱਥੇ ਕਹੂੰਗੀ I would suggest, ਉੱਥੇ ਮੈਂ ਕਹੂੰਗੀ I recommend, my suggestion is try this, ਥੋੜਾ ਜਿਹਾ ਇਨਫੋਰਮਲ. then ਇੱਥੇ I hope ਨਾਲ ਲਿਖਾਂਗੇ, ਜਿੱਦਾਂ ਅਸੀਂ ਇੱਥੇ I look forward ਲਿਖਿਆ, ਉੱਥੇ ਕੀ ਲਿਖਾਂਗੇ I hope, ਜਾਂ I wish to see you soon at my place. then best regards. ਹੁਣ ਬੈਸਟ ਰਿਗਾਰਡਸ ਅਸੀਂ ਆਪਣੀ ਸ਼ੁਭਕਾਮਨਾਵਾਂ ਦੇ ਰਹੇ ਹਾਂ, ਵਿਚ ਇਜ਼ ਕਰੈਕਟ.
कोई प्रॉब्लम नहीं है उत्थे। योर्स लविंगली थोड़ा अवॉइड करो, योर्स ट्रूली सिर्फ फैमिली रिलेशन के लिए ही लिखो, अदरवाइज बेस्ट रिगार्ड इज परफेक्ट तुसी यही लिखोगे। दैन हेयर इट शुड बी योर फर्स्ट नेम। अगेन ध्यान रखना है इस चीज़ का कि तुसी टाइप ऑफ लैटर नू किस तरह फाइंड आउट किया एंड ये चीज़ां ओपनिंग एंड क्लोजिंग सैल्यूटेशन इज इंपॉर्टेंट। अदर थिंग इज कदे भी तुसी कॉन्ट्रैक्शंस ना यूज़ करो, डोंट, कांट, शुडंट, ETC एटसेट्रा। एब्रीविएशन है उन्हें यूज़ कर सकते, चाहे वो कोई भी लैटर है। कुछ स्टूडेंट्स की करते हैं इनफॉर्मल लैटर दे विच जो कॉन्ट्रैक्शंस है उन्होंने यूज़ करते हैं, जो कि असीं नहीं करने, बिकॉज IELTS कंप्लीट जो लैटर जो वर्ड्स है वही डिमांड करता, अदरवाइज वो स्पैलिंग मिसटेक दे विच चले जाते हैं। ऑलवेज रीड वॉट यू हैव रिटन, अपने लैटर नू चंगी तरह एक बार पढ़ लो फटाफट, लाइक स्किमिंग एंड स्कैनिंग जिद्दां असीं करते हैं रीडिंग दे विच, ताकि साडी कोई छोटी जी गलती ना रह जाए। इस हर चीज़ दे विच एक एक लाइन जो है तुसीं छड्डनी है, कदे भी इतों इनू सीधा ही स्टार्ट नहीं करना, हमेशा एक एक लाइन ब्लैंक छड्ड दो। टाइप ऑफ लैटर बहुत चंगी तरह देख लो, इसलिए मैं तुहानूं कहा कि 2 टाइम्स एटलीस्ट तुसीं लैटर नूं जो है रीड करना है। सो दिस इज़ ऑल अबाउट राइटिंग टास्क 1 GT letter writing. I hope this video, this lesson is highly useful for you to write the letter 7 or above. And other thing is always keep these important points in mind whenever you start writing your letter, either you are practicing or it is your final exam day. So I hope this video would help you. Thank you with this, and don't forget to subscribe my channel, do like, share and comment my videos. Thanks again.